मैं डेरे का पैरोकार हाँ तो तुहानूं कह के मैं ब्लैंक चैक दवा देना, जिन्ना मर्जी अमाउंट भर लिओ तो जिंदगी च ऐश करिओ, पर गवाही देण तो हट जाओ। ਕਿਹੜੇ ਸਾਲ ਦੀ ਗੱਲ ਹੈ? ये लगभग एग्जैक्ट नहीं याद, ये 2007 के आस पास की गल। ਤੁਹਾਨੂੰ ਕਿਸ ਨੇ ਭੇਜੀ ਉਹ ਚਿੱਠੀ ਰਾਮ ਰਹੀਮ ਦੀਆਂ ਜੋ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਸੀ ਵੀ ਉਸਨੇ ਆ ਕੰਮ ਕੀਤੇ ਨੇ? ये नहीं पता किन्ने भेजी, पर मेरे को बाई पोस्ट आई, वो फोटोस्टेट करवा लिया है। पता नहीं उन्होंने 10-20 किन्नियां कापियां करवाइया होणगियां। वो मैं असली चिट्ठी जी मेरे को आई सी इनवैलप समेत वो अपने को रख ली, वो फोटोस्टेट लै गए। उन्होंने अगे दी अगे वंडनी शुरू करती, तो एक तो सैकड़ियां तक वंडी गई। ਰਣਜੀਤ ਸਿੰਘ ਦਾ ਕਤਲ ਕਿਵੇਂ ਹੋ ਜਾਂਦਾ ਹੈ? ਤੁਹਾਡੇ ਕੋਲ ਚਿੱਠੀ ਚਲੇਗੀ, ਬਾਕੀਆਂ ਕੋਲ ਚਿੱਠੀ ਚਲੇਗੀ, ਰਣਜੀਤ ਸਿੰਘ ਕਿਵੇਂ ਟਾਰਗੇਟ ਹੋ ਜਾਂਦਾ ਇਹਨਾਂ ਚੀਜ਼ਾਂ ਵਿੱਚ? उन्होंने शक ये सी क्योंकि उस चिट्ठी दे च एक लाइन है कि जिला कुरुक्षेत्र का एक बड़ा सेवादार अपने परिवार समेत डेरा को छोड़ के आ चुका है, वो साधवी द्वारा लिखा गया सी। तो उन्होंने एकदम शक सीगा कि भी ये बड़ा सेवादार रणजीत है जिहड़ा डेरा छड़ चुके हैं, क्योंकि रणजीत मेरे पिंड का है। तो रणजीत ने लिखी जां मैं और रणजीत दोनों ने लिखी, ये शक सी उन्होंने। ਉਹਨੂੰ ਪਤਾ ਲੱਗ ਗਿਆ ਸੀ ਵੀ ਰਣਜੀਤ ਨੇ ਡੇਰਾ ਕਿਉਂ ਛੱਡਿਆ? ਲੱਗ ਗਿਆ ਹੋਣਾ ਪਤਾ ਉਹਨਾਂ ਨੂੰ, ਡੇਰੇ ਵਾਲਿਆਂ ਨੂੰ? हाँ उन्होंने तो बिल्कुल क्लीयर सीगा कि इन्हें डेरा छड्डिया ते साडियां कालियां करतूतां सारियां जानदा, इसे करके उहदा कतल कीता उन्होंने। कच्चे पै दे चो पहले गेयर ते आ रहा सी, स्लो मोटरसाइकिल सी, अगों एकदम उन्होंने घेरिया ते ओनू गोलियां नाल भुन्न दित्ता। मोटरसाइकिल ते कल्ला ही सी उहदा, जे बच्चा नाल हुंदा उहदा भी कतल कर दिंदे। ਤੁਹਾਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ, ਤੁਹਾਨੂੰ ਕਿਹਾ ਵੀ ਅਸੀਂ ਰਣਜੀਤ ਸਿੰਘ ਦਾ ਕਤਲ ਕਰਤਾ ਹੈ, ਹੁਣ ਵਾਦੀ ਤੁਹਾਡੀ ਹੈ? ऐ सीधा तो नहीं उन्हें कदी कर क्या, पर मैं अपनी क्योंकि पहलों मैनू कह चुके थे कि रणजीत का भी कतल करना, तेरा भी करना है, तो इस करके मैं सावधान ही रहता रहा उन्होंने, क्योंकि ये ब्लाइंड मर्डर के आर्डर सीगे। ਡੇਰੇ ਵਿੱਚ ਰਣਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਹੈਗੇ ਸੀ? हाँ रणजीत दियाँ बच्चियाँ छोटियाँ छोटियाँ डेरे के स्कूल दे विच ही पढ़दियाँ सी, ते ओहदी भैन छोटी भैन वो भी डेरे विच साधवी सी। ਕੀ ਸ਼ੱਕ ਪੈਂਦਾ ਕਿ ਰਣਜੀਤ ਸਿੰਘ ਨੂੰ ਡੇਰੇ ਵਿੱਚ ਗਲਤ ਕੰਮ ਹੋ ਰਿਹਾ ਜਾਂ ਡੇਰੇ ਵਿੱਚ ਉਹਦੀਆਂ ਭੈਣਾਂ ਨਾਲ ਗਲਤ ਕੰਮ ਹੋ ਜਾਊਗਾ? ਅੰਧਵਿਸ਼ਵਾਸ ਦੇ ਵਿਸ਼ਵਾਸ ਦੀ ਪੱਠੀ ਲੱਥੀ ਤਾਂ ਉਹਨੇ ਸੋਚਣਾ ਸ਼ੁਰੂ ਕਰਿਆ ਕਿ ਵੀ ਇੱਥੇ ਜੋ ਕ੍ਰਾਈਮ ਹੋ ਰਿਹਾ ਹੈ, ਹੁਣ ਤੱਕ ਤਾਂ ਅੱਖਾਂ ਬੰਦ ਸੀਗੀਆਂ। ਕ੍ਰਾਈਮ ਕੇਸ ਤੇ ਕਹਿੰਦਾ ਬਲਾਤਕਾਰ ਦੇ ਵੀ ਇਲਜ਼ਾਮ ਲੱਗਦੇ ਨੇ, ਬਲਾਤਕਾਰ ਦੀ ਗੱਲ ਕੀਤੀ, ਕ੍ਰਾਈਮ ਦੀ ਗੱਲ ਕੀਤੀ, ਕਿਸੇ ਨੂੰ ਮਾਰਨ ਦੀ ਗੱਲ ਕੀਤੀ ਹੈ। ਹਾਂ ਮਤਲਬ ਉਹ ਜੋ ਕੁਝ ਵੀ ਉੱਥੇ ਕਰਤੂਤਾਂ ਹੁੰਦੀਆਂ ਸੀ, ਪਹਿਲਾਂ ਤਾਂ ਇੱਕ ਅੰਧ ਸ਼ਰਧਾਲੂ ਬਣ ਕੇ ਇਹ ਵੀ ਅੱਖਾਂ ਬੰਦ ਕਰੀ ਰੱਖਿਆ, ਪਰ ਜਦੋਂ ਅੱਖਾਂ ਖੁੱਲ ਗਈਆਂ ਤਾਂ ਉਹਨੇ ਉਸ ਚੀਜ਼ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰਿਆ, ਤੇ ਇਸ ਕਰਕੇ ਉਹਨੇ ਇਹ ਵੀ ਦੇਖਿਆ ਕਿ ਵੀ ਜੇ ਇੱਥੇ ਮੈਂ ਵਿਰੋਧ ਕਰਿਆ ਤੇ ਇਹਨਾਂ ਦੇ ਜਿਹੜੀ ਗੁੰਡਾ ਫੌਜ ਹੈ ਉਹ ਕੁਝ ਵੀ ਇੱਥੇ ਕਰ ਸਕਦੀ ਹੈ। ਰਾਮ ਰਹੀਮ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ, ਕਈ ਕੇਸ ਦੇ ਵਿੱਚ ਉਸ ਨੂੰ ਸਜ਼ਾ ਵੀ ਸੁਣਾਈ ਗਈ ਹੈ। ਇੱਕ ਹੋਰ ਕੇਸ ਹੈ ਜਿਸ ਵਿੱਚ ਸਜ਼ਾ ਸੁਣਾਈ ਗਈ ਹੈ, ਉਹ ਕੇਸ ਇੱਕ ਚਿੱਠੀ ਦਾ ਹੈ, ਉਹ ਗੁਮਨਾਮ ਚਿੱਠੀ ਜੋ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲਿਖੀ ਕਿਹਨੇ ਹੈ। ਜਦੋਂ ਰਾਮ ਰਹੀਮ ਦੇ ਖੁਲਾਸੇ ਹੁੰਦੇ ਨੇ, ਸਨ 2002 ਦੀ ਗੱਲ ਹੈ, ਰਾਮ ਰਹੀਮ ਦੇ ਖੁਲਾਸੇ ਹੁੰਦੇ ਨੇ, ਇੱਕ ਚਿੱਠੀ ਜਰੀਆ ਬਣਦੀ ਹੈ, ਉਸ ਤੋਂ ਬਾਅਦ ਲਗਾਤਾਰ ਹੀ ਮੈਗਜ਼ੀਨ ਤੇ ਅਖਬਾਰਾਂ ਵਿੱਚ ਉਹ ਚਿੱਠੀ ਛਾਪੀ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਪੱਤਰਕਾਰ ਦੀ ਮੌਤ ਵੀ ਹੋ ਜਾਂਦੀ ਹੈ। ਸਾਡੇ ਨਾਲ ਮੌਜੂਦ ਨੇ ਬਲਵੰਤ ਸਿੰਘ, ਚਿੱਠੀ ਦਾ ਜਰੀਆ ਵੀ ਬਣਦੇ ਨੇ, ਚਿੱਠੀ ਇਹਨਾਂ ਨੂੰ ਵੀ ਆਉਂਦੀ ਹੈ, ਉਸ ਤੋਂ ਬਾਅਦ ਹੀ ਸਾਰੇ ਜਿਹੜੇ ਰਾਜ ਨੇ ਉਹ ਖੁੱਲ੍ਹਣੇ ਸ਼ੁਰੂ ਹੁੰਦੇ ਨੇ। ਚਿੱਠੀ ਦਾ ਪਤਾ ਤਾਂ ਨਹੀਂ ਕਿਸ ਨੇ ਲਿਖੀ ਹੈ, ਪਰ ਉਸ ਵਿੱਚ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੇ ਇਨਸਾਫ ਦਾ ਮੂੰਹ ਤਾਂ ਨਹੀਂ ਦੇਖਿਆ, ਪਰ ਕਈ ਕੇਸਾਂ ਵਿੱਚ ਰਾਮ ਰਹੀਮ ਨੂੰ ਸਜ਼ਾ ਹੋ ਗਈ ਹੈ। ਤੇ ਬਲਵੰਤ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ, ਸ਼ੁਰੂਆਤ ਕਰਾਂਗੇ ਸਨ 2002 ਤੋਂ। ਕਿੱਥੋਂ ਇਹ ਸ਼ੁਰੂਆਤ ਹੋਈ ਸੀ ਰਾਮ ਰਹੀਮ ਦੇ ਡੇਰੇ ਵਿੱਚ, ਕਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ? ਭਾਈ ਬਾਬਾ ਸਵਾਗਤ ਹੈ ਪੰਜਾਬ ਨਿਊਜ਼ ਤੇ। ਧੰਨਵਾਦ ਜੀ। ਇਹ ਪਹਿਲਾ ਸਵਾਲ ਹੈ ਕਿ ਗੱਲ ਆਪਾਂ 2002 ਦੀ ਕਰਾਂਗੇ, ਸ਼ੁਰੂਆਤ ਜਿੱਥੋਂ ਹੁੰਦੀ ਹੈ, ਜਿੱਥੋਂ ਮੁੱਢ ਬੰਨਿਆ ਜਾਂਦਾ ਵੀ ਰਾਮ ਰਹੀਮ ਦੇ ਡੇਰੇ ਦੇ ਵਿੱਚ ਜਿਹੜੇ ਉੱਥੇ ਚੀਜ਼ਾਂ ਵਾਪਰੀਆਂ, ਘਟਨਾਵਾਂ ਹੋਈਆਂ, ਉਹ ਸ਼ੁਰੂ ਹੁੰਦੀਆਂ ਨੇ 2002 ਤੋਂ ਇੱਕ ਚਿੱਠੀ ਰਾਹੀਂ। ਚਿੱਠੀ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਕਿਸੇ ਨੇ ਕੋਈ ਮੈਗਜ਼ੀਨ ਦੇ ਵਿੱਚ ਜਾਂ ਕਿਸੇ ਨੇ ਕੋਈ ਵੀ ਇਸ ਉੱਪਰ ਚਰਚਾ ਕੀਤੀ ਸੀ? चिट्ठी तो पहला तो ऐसी कोई चर्चा किसी अखबार मैगजीन वगैरह च नहीं आई। बाकी
ਡੇਰਾਵਾਦ ਦੇ ਵਿਰੁੱਧ ਅਸੀਂ ਤਰਕਸ਼ੀਲ ਸੰਮੇਲਨਾਂ ਦੇ ਵਿੱਚ, ਜਨਤਕ ਸਭਾਵਾਂ ਦੇ ਵਿੱਚ ਗੱਲਬਾਤ ਜ਼ਰੂਰ ਕਰਦੇ ਰਹੇ ਹਾਂ। ਡੇਰਾਵਾਦ ਦੇ ਵਿਰੁੱਧ ਸਮੂਹਕ ਡੇਰਾਵਾਦ ਜਿਹੜਾ ਹੈ ਉਹਦੇ ਖਿਲਾਫ ਗੱਲਬਾਤ, ਪਰੰਤੂ ਕਿਸੇ ਪਰਸਨਲ ਡੇਰੇ ਦੇ ਵਿਰੁੱਧ ਐਸੀ ਕੋਈ ਗੱਲ ਨਾ ਅਖਬਾਰਾਂ ਦੇ ਵਿੱਚ ਨਾ ਕੋਈ ਪੱਤਰਿਕਾ ਦੇ ਵਿੱਚ ਕਿਤੇ ਨਹੀਂ ਛਪੀ। ਆਪਣਾ ਪੂਰਾ ਪਰਿਚੈ ਦੇ ਦਿਓ ਵੀ ਕਿਹੜਾ ਪਿੰਡ ਹੈ, ਕਿੱਥੋਂ ਬਿਲੋਂਗ ਕਰਦੇ ਹੋ, ਸਿਰਸਾ ਡੇਰਾ ਤੁਹਾਡੇ ਤੋਂ ਕਿੰਨੀ ਦੂਰ ਹੈ? ਮੈਂ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਤੇ ਪਿੰਡ ਮੇਰਾ ਖਾਨਪੁਰ ਕੋਲੀਆਂ ਹੈ। ਉਹੀ ਪਿੰਡ ਰਣਜੀਤ ਦਾ ਸੀ ਜਿਹਦਾ ਮਰਡਰ ਹੋਇਆ। ਰਣਜੀਤ ਮੇਰੇ ਪਿੰਡ ਦਾ ਨਿਵਾਸੀ ਸੀ। ਸਾਡੇ ਪਿੰਡ ਦੇ ਉਹਦੇ ਫਾਦਰ ਸਾਹਿਬ ਜੋਗਿੰਦਰ ਸਿੰਘ ਜੀ ਕਈ ਪਲਾਨਾਂ ਤੱਕ ਸਾਡੇ ਪਿੰਡ ਦੇ ਸਰਪੰਚ ਰਹੇ। ਉਹਨਾਂ ਨਾਲ ਇੱਕ ਬਹੁਤ ਵਧੀਆ ਮੇਲ ਜੋਲ ਸੀ। ਅਤੇ ਰਣਜੀਤ ਇਕੱਲਾ ਮੁੰਡਾ ਸੀ ਆਪਣੇ ਮਾਂ-ਬਾਪ ਦਾ। ਭੈਣਾਂ ਉਹਦੀਆਂ ਭੈਣਾਂ ਵੀ ਸੀ, 4 ਜਾਂ 5 ਭੈਣਾਂ, ਮਤਲਬ ਐਗਜੈਕਟ ਨਹੀਂ ਪਤਾ। ਤੋ ਉਹ ਮੁੰਡਾ ਇਕੱਲਾ ਸੀ। ਅਤੇ ਉਹਦੇ ਬਾਪ ਨੇ ਉਹਨੂੰ ਡੇਰੇ, ਕਿਉਂਕਿ ਸਾਡੇ ਪਿੰਡ ਦੇ ਵਿੱਚ ਕੁਝ ਇੱਕ ਪਰਿਵਾਰ ਐਸੇ ਸੀ ਜਿਨ੍ਹਾਂ ਦੀ ਜ਼ਮੀਨ ਬਹੁਤ ਜ਼ਿਆਦਾ ਸੀ, ਪਰ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸਾਰੀ ਜ਼ਮੀਨ ਵੇਚ ਗਏ। ਅਤੇ ਉਹਨੇ ਵੀ ਇਕੱਲਾ ਲਾਡਲਾ ਹੈਗਾ ਕਿ ਜੇ ਨਸ਼ਿਆਂ ਦੇ ਵਿੱਚ ਪੈ ਗਿਆ ਅਤੇ ਕਿਤੇ ਨੁਕਸਾਨ ਕਰੇਗਾ, ਤਾਂ ਉਹ ਇਹਨਾਂ ਸਤਸੰਗੀਆਂ ਦੇ ਚੱਕਰ 'ਚ ਫਸ ਗਿਆ। ਬਾਪ ਨੇ ਉਹਨੂੰ ਰੋਕਿਆ ਨਹੀਂ, ਉਹਨੂੰ ਸਭ ਹੈਲਪ ਕਰਦਾ ਰਿਹਾ। ਉਹਨੂੰ ਨਹੀਂ ਸੀ ਪਤਾ ਕਿ ਬਈ ਮੈਂ ਸ਼ਰਾਬ ਵਰਗੇ ਨਸ਼ੇ ਤੋਂ ਤਾਂ ਇਹਨੂੰ ਬਚਾ ਲਿਆ, ਪਰ ਅੰਧ ਵਿਸ਼ਵਾਸ ਦੇ ਨਸ਼ੇ ਇਹਦੇ 'ਤੇ ਜਿਹੜਾ ਸਿਰ 'ਤੇ ਚੜ੍ਹਦਾ ਜਾ ਰਿਹਾ, ਉਹ ਇਹਦੀ ਮੌਤ ਦਾ ਕਾਰਨ ਵੀ ਬਣ ਸਕਦਾ। ਅਤੇ ਉਹ ਡੇਰੇ ਦਾ ਇੱਕ ਵੱਡਾ ਸੇਵਾਦਾਰ ਬਣਦਾ ਗਿਆ ਔਰ 10 ਮੈਂਬਰੀ ਕਮੇਟੀ ਦਾ ਮੈਂਬਰ ਬਣ ਗਿਆ। ਅਤੇ ਉਸ ਤੋਂ ਬਾਅਦ ਉਹ ਮੇਰਾ, ਕਿਉਂਕਿ ਪਿੰਡ ਉਹ ਸੀ। ਮੇਰਾ ਸਵਾਲ ਹੈ ਕਿ ਰਣਜੀਤ ਸਿੰਘ ਡੇਰੇ ਵਿੱਚ ਗਿਆ, ਰਾਮ ਰਹੀਮ ਦੇ ਡੇਰੇ ਵਿੱਚ ਗਿਆ, 10 ਮੈਂਬਰ ਵਿੱਚ 10 ਕਮੇਟੀ 'ਚ ਮੈਂਬਰ ਵੀ ਬਣ ਗਿਆ। ਡੇਰੇ ਵਿੱਚ ਰਣਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਹੈਗੇ ਸੀ? ਹਾਂ, ਰਣਜੀਤ ਦੀਆਂ ਬੱਚੀਆਂ ਛੋਟੀਆਂ ਡੇਰੇ ਦੇ ਸਕੂਲ ਦੇ ਵਿੱਚ ਹੀ ਪੜ੍ਹਦੀਆਂ ਸੀ। ਅਤੇ ਉਹਦੀ ਭੈਣ, ਛੋਟੀ ਭੈਣ, ਉਹ ਵੀ ਡੇਰੇ ਵਿੱਚ ਸਾਧਵੀ ਸੀ। ਹੁਣ ਅੱਗੇ ਸਵਾਲ ਆਉਂਦਾ ਕਿ ਰਣਜੀਤ ਸਿੰਘ ਡੇਰੇ ਤੋਂ ਬਾਹਰ ਚਲਾ ਜਾਂਦਾ, ਕੀ ਸ਼ੱਕ ਪੈਂਦਾ ਕਿ ਰਣਜੀਤ ਸਿੰਘ ਨੂੰ ਡੇਰੇ ਵਿੱਚ ਗਲਤ ਕੰਮ ਹੋ ਰਿਹਾ, ਜਾਂ ਡੇਰੇ ਵਿੱਚ ਉਹਦੀਆਂ ਭੈਣਾਂ ਨਾਲ ਗਲਤ ਕੰਮ ਹੋ ਜਾਊਗਾ? ਹਾਂ, ਮੈਂ ਇਹੀ ਗੱਲ ਕਹਿਣ ਲੱਗਾ ਸੀ ਕਿ ਵੀ ਜਦੋਂ ਅੰਧ ਵਿਸ਼ਵਾਸ ਦੀ ਪੱਟੀ ਬੰਨੀ ਹੋਵੇ ਫਿਰ ਤਾਂ ਬੰਦਾ ਕੀ, ਕਿਉਂ ਅਤੇ ਕਿਵੇਂ ਸੋਚਦਾ ਹੀ ਨਹੀਂ। ਅਤੇ ਜਦੋਂ ਦਿਮਾਗ ਸਾਡਾ ਵਿਵੇਕ ਜਾਗ ਪਵੇ ਤਾਂ ਫਿਰ ਬੰਦਾ ਹਰ ਐਂਗਲ ਤੋਂ ਸੋਚਦਾ ਹੈ। ਰਣਜੀਤ ਦੀ ਜ਼ਮੀਨ 'ਤੇ ਇੱਕ ਪਿੰਡ ਦਾ ਆਦਮੀ ਉਹਦੀ ਪੈਲੀ ਵੰਡਾਈ 'ਤੇ ਲੈ ਕੇ ਸਬਜ਼ੀ ਬੀਜਦਾ ਸੀ, ਅਤੇ ਉਹ ਮੇਰੇ ਸੰਪਰਕ 'ਚ ਸੀ। ਮੇਰੇ ਸੰਪਰਕ 'ਚ ਹੋਣ ਕਰਕੇ ਉਹਨੂੰ ਮੈਂ ਤਰਕ ਜੋਤੀ ਮੈਗਜ਼ੀਨ ਔਰ ਤਰਕਸ਼ੀਲ ਲਿਟਰੇਚਰ ਉਪਲਬਧ ਕਰਾਉਂਦਾ ਰਹਿੰਦਾ ਸੀ। ਅਤੇ ਰਣਜੀਤ ਜਦੋਂ ਪਿੰਡ ਆਉਂਦਾ ਸੀ, ਪਿੰਡ ਮਹੀਨੇ 2 ਮਹੀਨੇ ਵਾਸਤੇ ਜਦੋਂ ਆਉਂਦਾ ਸੀ, ਤਾਂ ਉਹਦੇ ਕੋਲੋਂ ਉਹ ਤਰਕਸ਼ੀਲ ਲਿਟਰੇਚਰ ਲੈ ਕੇ ਪੜ੍ਹ ਲੈਂਦਾ ਸੀ। ਪੜ੍ਹਦਿਆਂ ਉਹਦਾ ਦਿਮਾਗ ਖੁੱਲ੍ਹਣਾ ਸ਼ੁਰੂ ਹੋ ਗਿਆ। ਅੰਧ ਵਿਸ਼ਵਾਸ ਦੀ ਪੱਟੀ ਲੱਥਣੀ ਸ਼ੁਰੂ ਹੋਈ। ਅੰਧ ਵਿਸ਼ਵਾਸ ਦੀ ਪੱਟੀ ਲੱਥੀ ਤਾਂ ਉਹਨੇ ਸੋਚਣਾ ਸ਼ੁਰੂ ਕਰਿਆ ਕਿ ਵੀ ਇੱਥੇ ਜੋ ਕ੍ਰਾਈਮ ਹੋ ਰਹੇ ਆ, ਹੁਣ ਤੱਕ ਤਾਂ ਅੱਖਾਂ ਬੰਦ ਸੀਗੀਆਂ। ਕ੍ਰਾਈਮ ਕੇਸ ਤੇ ਕਹਿੰਦਾ ਬਲਾਤਕਾਰ ਦੇ ਵੀ ਇਲਜ਼ਾਮ ਲੱਗਦੇ ਨੇ। ਬਲਾਤਕਾਰ ਦੀ ਗੱਲ ਕੀਤੀ, ਕ੍ਰਾਈਮ ਦੀ ਗੱਲ ਕੀਤੀ, ਕਿਸੇ ਨੂੰ ਮਾਰਨ ਦੀ ਗੱਲ ਕੀਤੀ ਹੈ। ਹਾਂ, ਮਤਲਬ ਉਹ ਜੋ ਕੁਝ ਵੀ ਉੱਥੇ ਕਰਤੂਤਾਂ ਹੁੰਦੀਆਂ ਸੀ, ਪਹਿਲਾਂ ਤਾਂ ਇੱਕ ਅੰਧ ਸ਼ਰਧਾਲੂ ਬਣ ਕੇ ਇਹ ਵੀ ਅੱਖਾਂ ਬੰਦ ਕਰੀ ਰੱਖਿਆ, ਪਰ ਜਦੋਂ ਅੱਖਾਂ ਖੁੱਲ੍ਹ ਗਈਆਂ ਤਾਂ ਉਹਨੇ ਉਸ ਚੀਜ਼ 'ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰਿਆ। ਅਤੇ ਇਸ ਕਰਕੇ ਉਹਨੇ ਇਹ ਵੀ ਦੇਖਿਆ ਕਿ ਵੀ ਜੇ ਇੱਥੇ ਮੈਂ ਵਿਰੋਧ ਕਰਿਆ ਅਤੇ ਇਹਨਾਂ ਦੇ ਜਿਹੜੀ ਗੁੰਡਾ ਫੌਜ ਹੈ ਉਹ ਕੁਝ ਵੀ ਇੱਥੇ ਕਰ ਸਕਦੀ ਹੈ। ਇਸ ਕਰਕੇ ਉਹ ਉੱਥੋਂ ਉਸ ਸਮੇਂ ਤਾਂ ਚੁੱਪ ਰਿਹਾ। ਜਦੋਂ ਕਲਾਸਾਂ ਪੂਰੀਆਂ ਹੋ ਗਈਆਂ, ਐਗਜ਼ਾਮ ਹੋ ਗਏ, ਤਾਂ ਉਸ ਸਮੇਂ ਆਪਣੇ ਬੱਚੀਆਂ ਨੂੰ ਲੈ ਕੇ ਉਹ ਔਰ ਆਪਣੀ ਭੈਣ ਨੂੰ ਲੈ ਕੇ ਪਿੰਡ ਆ ਗਿਆ। ਦੁਬਾਰਾ ਉਹ ਗਿਆ ਨਹੀਂ। ਅੱਛਾ, ਦੁਬਾਰਾ ਗਿਆ ਨਹੀਂ। ਉਸ ਤੋਂ ਬਾਅਦ ਚਿੱਠੀ ਦਾ ਜ਼ਿਕਰ ਆਉਂਦਾ, ਜੇ ਰਣਜੀਤ ਸਿੰਘ ਡੇਰੇ ਤੋਂ ਬਾਹਰ ਆ ਗਿਆ, ਤੁਸੀਂ ਕਹਿ ਦਿਓ ਕਿ ਅੰਧ ਵਿਸ਼ਵਾਸ ਦੀ ਤੁਸੀਂ ਕਿਤਾਬਾਂ ਦਿੱਤੀਆਂ, ਉਹਨੂੰ ਪਤਾ ਲੱਗਿਆ ਵੀ ਠੀਕ ਹੁਣ ਡੇਰੇ ਤੋਂ ਬਾਹਰ ਜਾਣ ਵਿੱਚ ਹੀ ਭਲਾਈ ਹੈ, ਮੈਂ ਬੋਲ ਨਹੀਂ ਸਕਦਾ। ਉਸ ਤੋਂ ਬਾਅਦ ਰਣਜੀਤ ਸਿੰਘ ਦੇ ਪਰਿਵਾਰ ਤੇ ਉਹਦੇ ਆਉਣ ਤੋਂ ਬਾਅਦ ਇੱਕ ਚਿੱਠੀ ਚੱਲਦੀ ਹੈ। ਹੁਣ ਉਹ ਚਿੱਠੀ ਨੂੰ ਲੈ ਕੇ ਬੜੀ ਚਰਚਾ ਬਣੀ ਸੀ, ਅਖਬਾਰਾਂ ਵਿੱਚ ਵੀ ਛਪੀ ਸੀ। ਉਹ ਚਿੱਠੀ 2002 ਦੀ ਉਹ ਚਿੱਠੀ ਤੁਹਾਨੂੰ ਕਿਵੇਂ ਮਿਲ ਗਈ? ਤੁਹਾਨੂੰ ਕਿਸ ਨੇ ਭੇਜੀ ਉਹ ਚਿੱਠੀ ਰਾਮ ਰਹੀਮ ਦੀਆਂ, ਜੋ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਸੀ ਵੀ ਉਸਨੇ ਆਹ ਕੰਮ ਕੀਤੇ ਨੇ?
ਇਹ ਨਹੀਂ ਪਤਾ ਕਿੰਨੇ ਭੇਜੀ, ਪਰ ਮੇਰੇ ਕੋਲ ਬਾਈ ਪੋਸਟ ਆਈ, ਕਿਉਂਕਿ ਮੈਂ ਜਿਵੇਂ ਦੱਸਿਆ ਤਰੀਕ ਯਾਦ ਹੈਗੀ ਹੈ? ਨਹੀਂ, ਉਹ ਮਈ ਦਾ ਮਹੀਨਾ ਸੀ, 2002। 2002 ਮਈ ਦਾ ਮਹੀਨਾ ਸੀਗਾ। ਤਰੀਕ ਨਹੀਂ ਯਾਦ ਕਿ ਕਿਹੜੀ ਤਰੀਕ ਨੂੰ ਆਈ। ਰਣਜੀਤ ਨੇ ਉਸ ਤੋਂ ਪਹਿਲਾਂ ਹੀ ਡੇਰਾ ਛੱਡਤਾ ਸੀ? ਉਹ ਤੋਂ ਪਹਿਲਾਂ, ਕਾਫੀ ਸਮਾਂ ਪਹਿਲਾਂ ਉਹਨੇ ਡੇਰਾ ਛੱਡਤਾ ਸੀ। ਅੱਛਾ, ਚਿੱਠੀ ਤੁਹਾਡੇ ਕੋਲ ਆਉਂਦੀ, ਉਸ ਤੋਂ ਬਾਅਦ ਫਿਰ ਚਿੱਠੀ ਕਿਵੇਂ ਕਿਵੇਂ ਅੱਗੇ ਲੋਕਾਂ ਵਿੱਚ ਪਹੁੰਚਦੀ ਹੈ? ਉਸ ਤੋਂ ਬਾਅਦ ਛਤਰਪਤੀ ਜੋ ਉਹਨਾਂ ਦੀ ਵੀ ਹੱਤਿਆ ਹੋ ਜਾਂਦੀ ਹੈ, ਉਹ ਫਿਰ ਕਿਵੇਂ ਕਿਵੇਂ ਚਿੱਠੀ ਅੱਗੇ ਵੰਡੀ ਜਾਂਦੀ ਹੈ? ਉਹ ਮੇਰੇ ਕੋਲ ਜਦੋਂ ਆਈ, ਮੈਂ ਤਾਂ ਉਹਦਾ ਜਾਣਦਾ ਕਿ ਮੇਰੇ ਕੋਲ ਜਿਹੜੀ ਆਈ ਉਹ ਬਾਹਰ ਕਿਵੇਂ ਸਰਕੂਲੇਟ ਹੋਈ। ਮੇਰੇ ਕੋਲ ਆਈ ਤੇ ਮੈਂ ਸਕੂਲ ਤੋਂ, ਮੇਰੇ ਇੱਕ ਦੋ ਸਾਥੀ, ਮੇਰੇ ਅਧਿਆਪਕ ਸਾਥੀ ਮੇਰੇ ਕੋਲ ਖੜੇ ਸੀ। ਉਹਨਾਂ ਨੇ ਮੇਰੇ ਚਿਹਰੇ ਦੇ ਹਾਵ ਭਾਵ ਦੇਖ ਕੇ ਪੁੱਛਿਆ ਕੈਸੀ ਚਿੱਠੀ ਆ। ਮੈਂ ਉਹਨਾਂ ਨੂੰ ਦੇ ਦਿੱਤੀ। ਉਹਨਾਂ ਪੜ੍ਹ ਕੇ ਕਹਿੰਦੇ ਅਸੀਂ ਫੋਟੋ ਸਟੇਟ ਕਰਵਾਉਣੀ ਹੈ। ਮੈਂ ਕਿਹਾ ਕਰਵਾ ਲਓ। ਉਹ ਫੋਟੋ ਸਟੇਟ ਕਰਵਾ ਲਿਆ ਏ। ਪਤਾ ਨਹੀਂ ਉਹਨਾਂ ਨੇ 10-20 ਕਿੰਨੀਆਂ ਕਾਪੀਆਂ ਕਰਵਾਈਆਂ ਹੋਣਗੀਆਂ। ਉਹ ਮੈਂ ਅਸਲੀ ਚਿੱਠੀ ਜਿਹੜੀ ਮੇਰੇ ਕੋਲ ਆਈ ਸੀ ਇਨਵੈਲਪ ਸਮੇਤ, ਉਹ ਤਾਂ ਆਪਣੇ ਕੋਲ ਰੱਖ ਲਈ। ਉਹ ਫੋਟੋ ਸਟੇਟ ਲੈ ਗਏ। ਉਹਨਾਂ ਨੇ ਅੱਗੇ ਦੀ ਅੱਗੇ ਵੰਡਣੀ ਸ਼ੁਰੂ ਕਰਤੀ ਤੇ ਉਹ ਇੱਕ ਤੋਂ ਸੈਂਕੜਿਆਂ ਤੱਕ ਵੰਡੀ ਗਈ। ਉਹਨੇ ਸਮਾਜ ਦੇ 'ਚ ਇੱਕ ਤਰ੍ਹਾਂ ਨਾਲ ਉਥਲ ਪੁਥਲ ਪੈਦਾ ਕਰਤੀ। ਉਥਲ ਪੁਥਲ ਪੈਦਾ ਕਰੀ ਤੇ ਇਹਦੇ ਜਿਹੜੇ ਪੈਰੋਕਾਰ ਹੈ ਉਹਨਾਂ ਨੂੰ, ਉਹਨਾਂ ਦੇ ਹਿਰਦੇ ਵਲੂੰਦਰੇ ਗਏ ਇੱਕ ਤਰ੍ਹਾਂ ਨਾਲ, ਤੇ ਉਹਨਾਂ ਨੂੰ ਅੱਗ ਲੱਗੀ ਤੇ ਉਹਨਾਂ ਨੂੰ ਉੱਪਰੋਂ ਆਦੇਸ਼ ਆ ਗਿਆ ਕਿ ਵੀ ਜਿਹਦੇ ਕੋਲ ਵੀ ਚਿੱਠੀ ਮਿਲਦੀ ਹੈ ਉਹ ਚਿੱਠੀ ਜ਼ਬਤ ਕਰੋ। ਚਿੱਠੀ ਜ਼ਬਤ ਕਰਨ ਦੇ ਨਾਲ ਨਾਲ ਉਹਨੂੰ ਪੁੱਛੋ ਵੀ ਕਿੱਥੋਂ ਆਈ ਹੈ। ਉਹ ਫਿਰ ਪੁੱਛਦਿਆਂ ਅਖੀਰ ਮੇਰੇ ਤੱਕ ਆ ਜਾਂਦੇ। ਮੇਰੇ ਕੋਲ ਕਈ ਵਾਰ ਪੰਚਾਇਤਾਂ ਲੈ ਕੇ ਕਈ ਵਾਰੀ 20 ਬੰਦੇ, 30 ਬੰਦੇ, 50, 100 ਬੰਦੇ ਤੱਕ ਆਉਂਦੇ ਰਹੇ, ਔਰ ਇਹੀ ਉਹਨਾਂ ਦਾ ਸਵਾਲ ਹੁੰਦਾ ਸੀ ਵੀ ਚਿੱਠੀ ਆਈ ਕਿੱਥੋਂ। ਮੈਂ ਉਹਨਾਂ ਨੂੰ ਇਨਵੈਲਪ ਦਿਖਾ ਦਿੰਦਾ ਵੀ ਆਹ ਦੇਖੋ, ਇਨਵੈਲਪ ਦੇ ਵਿੱਚ ਬਾਈ ਪੋਸਟ ਆਈ ਹੈ। ਤਾਂ ਉਹ ਫਿਰ ਪੁੱਛਦੇ ਵੀ ਤੈਨੂੰ, ਮਤਲਬ ਉਹਨਾਂ ਨੂੰ ਸ਼ੱਕ ਇਹ ਸੀ ਕਿ ਰਣਜੀਤ ਨੇ ਲਿਖੀ ਹੈ। ਤੇ ਕਿਉਂਕਿ ਰਣਜੀਤ ਮੇਰੇ ਪਿੰਡ ਦਾ ਹੈ, ਤੇ ਰਣਜੀਤ ਨੇ ਲਿਖੀ ਜਾਂ ਮੈਂ ਔਰ ਰਣਜੀਤ ਦੋਨਾਂ ਨੇ ਲਿਖੀ, ਇਹ ਸ਼ੱਕ ਸੀ ਉਹਨਾਂ ਨੂੰ। ਉਹਨੂੰ ਪਤਾ ਲੱਗ ਗਿਆ ਸੀ ਵੀ ਰਣਜੀਤ ਨੇ ਡੇਰਾ ਕਿਉਂ ਛੱਡਿਆ? ਲੱਗ ਗਿਆ ਹੋਣਾ ਪਤਾ ਉਹਨਾਂ ਨੂੰ, ਡੇਰੇ ਵਾਲਿਆਂ ਨੂੰ? ਹਾਂ, ਉਹਨਾਂ ਨੂੰ ਤਾਂ ਬਿਲਕੁਲ ਕਲੀਅਰ ਸੀਗਾ ਕਿ ਇਹਨੇ ਡੇਰਾ ਛੱਡਿਆ ਤੇ ਸਾਡੀਆਂ ਕਾਲੀਆਂ ਕਰਤੂਤਾਂ ਸਾਰੀਆਂ ਜਾਣਦਾ, ਇਸੇ ਕਰਕੇ ਉਹਦਾ ਕਤਲ ਕੀਤਾ ਉਹਨਾਂ ਨੇ। ਅੱਛਾ, ਹੁਣ ਅੱਗੇ ਤੁਰਦੇ ਆ ਵੀ ਚਿੱਠੀ ਜਿਹੜੀ ਸੀ ਕਿਸੇ ਨੇ ਹੱਥ ਨਾਲ ਲਿਖੀ ਸੀ ਕਿ ਟਾਈਪਿੰਗ ਕੀਤੀ ਗਈ ਸੀ? ਚਿੱਠੀ ਟਾਈਪ ਕੀਤੀ ਗਈ ਸੀਗੀ, ਔਰ ਜਿਹੜੀ ਮੇਰੇ ਕੋਲ ਆਈ ਸੀ ਉਹ ਟਾਈਪ ਦੀ ਵੀ ਫੋਟੋ ਸਟੇਟ ਸੀ। ਟਾਈਪ ਦੀ ਫੋਟੋ, ਯਾਨੀ ਐਂ ਲੱਗਦਾ ਹੈ ਕਿ ਜਿਵੇਂ ਟਾਈਪ ਕੀਤੀ ਗਈ ਹੋਏ ਪਹਿਲਾਂ, ਔਰ ਉਸ ਤੋਂ ਬਾਅਦ ਉਹਦੀਆਂ ਫੋਟੋ ਸਟੇਟ ਕਰਵਾਈਆਂ ਗਈਆਂ। ਹੁਣ ਫੋਟੋ ਸਟੇਟ ਕਰਵਾ ਕੇ ਉਹ ਅੱਗੇ ਭੇਜੀਆਂ ਗਈਆਂ। ਹੁਣ ਤੁਹਾਨੂੰ ਇਹ ਚਿੱਠੀ ਕਿਉਂ ਭੇਜੀ ਗਈ? ਤੁਸੀਂ ਕੋਈ ਪੱਤਰਕਾਰ ਸੀ ਉਸ ਸਮੇਂ, ਕੋਈ ਮੈਗਜ਼ੀਨ ਸੀ ਤੁਹਾਡੇ ਕੋਲ? ਮੇਰੇ ਕੋਲ, ਮੈਂ ਤਰਕਸ਼ੀਲ ਸੁਸਾਇਟੀ ਹਰਿਆਣਾ 'ਚ ਕੰਮ ਕਰਦਾ ਅਤੇ ਤਰਕਸ਼ੀਲ ਸੁਸਾਇਟੀ ਹਰਿਆਣਾ ਦਾ ਇੱਕ ਮੁੱਖ ਪੱਤਰ ਹੈ, ਮੈਗਜ਼ੀਨ। ਉਸ ਸਮੇਂ ਸੀਗੀ, ਉਹਦਾ ਨਾਂ ਸੀਗਾ ਤਰਕ ਜੋਤੀ। ਅੱਜ ਕੱਲ੍ਹ ਉਹ ਤਰਕਸ਼ੀਲ ਪੱਥ ਦੇ ਨਾਂ 'ਤੇ ਸ਼ਬਦ ਹੈ। ਮੈਂ ਇਹਦਾ ਸੰਪਾਦਕ ਸੀ। ਉਹਦਾ ਸੰਪਾਦਕ ਹੋਣ ਦੇ ਨਾਤੇ ਮੇਰਾ ਐਡਰੈਸ ਹਰ ਥਾਂ 'ਤੇ ਮੌਜੂਦ ਸੀ, ਇਸ ਕਰਕੇ ਮੇਰੇ ਕੋਲ ਵੀ ਆ ਗਈ। ਉਹ ਚਿੱਠੀ ਇੱਕੋ ਤੁਹਾਡੇ ਕੋਲ ਆਈ ਸੀ ਕਿ ਹੋਰ ਜਗ੍ਹਾ ਤੇ ਵੀ ਗਈ ਸੀ, ਕਿ ਤੁਹਾਡੇ ਤੋਂ ਹੀ ਸਾਰੀ ਜਗ੍ਹਾ ਤੇ ਚਿੱਠੀ ਵੰਡੀ ਗਈ? ਉਹਲੀ ਉਸ ਸਮੇਂ ਸਾਡੀ ਸੁਸਾਇਟੀ ਦਾ ਹਰਿਆਣਾ ਦਾ ਪ੍ਰੈਜ਼ੀਡੈਂਟ ਰਾਜਾ ਰਾਮ ਹੰਡੇ ਆਇਆ ਸੀ, ਉਹਦੇ ਕੋਲ ਵੀ ਉਹ ਚਿੱਠੀ ਪਹੁੰਚੀ ਹੈ। ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਪੰਜਾਬ ਕੇਸਰੀ ਦਾ ਪ੍ਰੈਸ ਰਿਪੋਰਟਰ ਕਰਨਾਲ ਹੈ, ਉਹਦੇ ਕੋਲ ਵੀ ਆਈ, ਉਹਨੇ ਸਵੀਕਾਰ ਕੀਤਾ, ਮੇਰੇ ਕੋਲ ਵੀ ਆਈ ਆ। ਪਰ ਮੈਂ ਉਹਨੇ ਪੰਜਾਬ ਕੇਸਰੀ ਅਖਬਾਰ ਦੇ 'ਚ ਉਹਦੇ ਕੰਟੈਂਟ ਛਾਪੇ ਸੀ, ਸਾਰੀ ਨਹੀਂ ਸੀ ਛਾਪੀ। ਅਮਰ ਉਜਾਲਾ ਦੇ ਅਖਬਾਰ ਨੇ ਵੀ ਕੰਟੈਂਟ ਛਾਪੇ ਸੀ, ਸਾਰੀ ਨਹੀਂ ਸੀ ਛਾਪੀ। ਯਾਨੀ ਉਹ ਤੋਂ ਲੱਗਦਾ ਸੀ ਵੀ ਅਖਬਾਰਾਂ ਦੇ ਰਿਪੋਰਟਰਾਂ ਨੂੰ ਵੀ ਔਰ ਅਖਬਾਰਾਂ ਦੇ ਐਡੀਟਰਾਂ ਨੂੰ ਵੀ ਪਹੁੰਚੀ ਹੈ, ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਉਹ ਪਹੁੰਚੀ ਹੈ, ਐਸਪੀਜ਼ ਨੂੰ ਵੀ ਪਹੁੰਚੀ ਹੈ। ਚਿੱਠੀ ਤੁਹਾਡੇ ਕੋਲ ਆਉਂਦੀ ਹੈ, ਚਿੱਠੀ ਪਹੁੰਚਦੀ ਹੈ, ਫਿਰ ਰਣਜੀਤ ਸਿੰਘ ਦਾ ਕਤਲ ਕਿਵੇਂ ਹੋ ਜਾਂਦਾ? ਤੁਹਾਡੇ ਕੋਲ ਚਿੱਠੀ ਚਲੇਗੀ, ਬਾਕੀਆਂ ਕੋਲ ਚਿੱਠੀ ਚਲੇਗੀ, ਰਣਜੀਤ ਸਿੰਘ ਕਿਵੇਂ ਟਾਰਗੇਟ ਹੋ ਜਾਂਦਾ ਇਹਨਾਂ ਚੀਜ਼ਾਂ ਵਿੱਚ? ਉਹਨਾਂ ਨੂੰ ਸ਼ੱਕ ਇਹ ਸੀ, क्योंकि उस चिट्ठी ਦੇ 'ਚ ਇੱਕ ਲਾਈਨ है कि जिला कुरुक्षेत्र का एक बड़ा सेवादार अपने परिवार समेत डेरा को छोड़ के आ चुका है। ਉਹ ਸਾਧਵੀ ਦੁਆਰਾ ਲਿਖਿਆ ਗਿਆ ਸੀ ਤੇ ਉਹਨਾਂ ਨੂੰ ਇੱਕਦਮ ਸ਼ੱਕ ਸੀਗਾ ਕਿ ਵੀ ਇਹ ਬੜਾ ਸੇਵਾਦਾਰ ਰਣਜੀਤ ਹੈ ਜਿਹੜਾ ਡੇਰਾ ਛੱਡ ਚੁੱਕਿਆ ਤੇ ਇਹ ਚਿੱਠੀ ਜਿਹੜੀ ਹੈ ਨਾ ਉਹ ਰਣਜੀਤ ਨੇ ਹੀ ਲਿਖੀ ਹੋ ਸਕਦੀ ਹੈ। ਉਹਨਾਂ ਨੂੰ ਸ਼ੱਕ ਸੀ, ਪਰ ਇਹ ਅੱਜ ਤੱਕ ਕੋਈ ਸਾਬਤ ਨਹੀਂ ਹੋਇਆ ਕਿ ਉਹ ਕਿੰਨੇ ਲਿਖੀ ਤੇ ਕਿੰਨੇ ਨਹੀਂ ਲਿਖੀ। ਉਹ ਚਿੱਠੀ ਤੁਹਾਡੇ ਕੋਲ ਹੁਣ ਮੌਜੂਦ ਹੈਗੀ ਆ ਜਾਂ ਇਨਵੈਲਪ? ਟਾਈਮ ਨਹੀਂ ਹੈ, ਘਰ ਮੇਰੇ ਕੋਲ ਹੈਗੀ। ਜੁੱਤੀਆਂ ਤੁਸੀਂ ਬੋਲੇ ਚਿੱਠੀ ਵਿੱਚ ਹੈਗੀਆਂ ਨੇ? ਇਹ ਕੁਛ ਹੈ। ਅੱਛਾ, ਹੁਣ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਰਣਜੀਤ ਸਿੰਘ ਦਾ ਕਤਲ ਕਿਵੇਂ ਹੋ ਜਾਂਦਾ? ਉਹ ਕਿੱਥੇ ਹੁੰਦਾ? ਰਣਜੀਤ ਸਿੰਘ ਤਕਰੀਬਨ ਜੁਲਾਈ ਦੀ ਸ਼ਾਇਦ 10 ਤਰੀਕ ਸੀ। ਰਣਜੀਤ ਆਪਣੇ ਉਹਨਾਂ ਦੇ ਖੇਤਾਂ ਦੇ ਵਿੱਚ ਝੋਨਾ ਲੱਗ ਰਿਹਾ ਸੀ, ਜੀਰੀ ਲੱਗ ਰਹੀ ਸੀ, ਤੇ ਉਹ ਜਿਹੜੇ ਜੀਰੀ ਲਾਉਣ ਵਾਲੀ ਲੇਬਰ ਹੈ ਉਹਨਾਂ ਵਾਸਤੇ ਚਾਹ ਦਾ ਡੋਲੂ ਲੈ ਕੇ ਚੱਲਿਆ ਸੀ। ਮੋਟਰਸਾਈਕਲ ਤੇ ਉਹ ਚੜ੍ਹਿਆ
ਉਹਦਾ ਸਗੋਂ ਉਹਦਾ ਪੁੱਤਰ ਜਿਹੜਾ ਹੁਣ ਜਵਾਨ ਹੋ ਚੁੱਕਿਆ, ਉਹ ਛੋਟਾ ਜਿਹਾ 6-7 ਸਾਲ ਦਾ ਸੀ, ਉਹ ਵੀ ਆਪਣੇ ਬਾਪ ਦੇ ਨਾਲ ਮੋਟਰਸਾਈਕਲ ਤੇ ਬਹਿ ਗਿਆ। ਦਾਦੇ ਨੇ ਉਹਨੂੰ ਫੜ ਕੇ ਤੇ ਕਹਿੰਦਾ ਵੀ ਤੇਰੇ ਇੱਕ ਹੱਥ ਦੇ ਵਿੱਚ ਮੋਟਰਸਾਈਕਲ ਹੈ, ਦੂਸਰੇ ਹੱਥ ਦੇ ਵਿੱਚ ਡੋਲੂ ਹੈ, ਤੇ ਕਿਤੇ ਬ੍ਰੇਕ ਬਰੂਕ ਮਾਰਨੀ ਪੈਗੀ ਤੇ ਬੱਚਾ ਡਿੱਗ ਸਕਦਾ। ਉਹਨੇ ਫੜ ਲਿਆ ਉਹਨੂੰ, ਤੇ ਉਹ ਆਪਣੇ ਖੇਤਾਂ GT ਰੋਡ ਦੇ ਨਾਲ ਹੀ ਉਹਦੇ ਖੇਤਾਂ ਦੇ ਵਿੱਚ ਉਹਨਾਂ ਨੂੰ ਭਈਆਂ ਨੂੰ ਚਾਹ ਦੇ ਕੇ ਵਾਪਸ ਮੁੜ ਰਿਹਾ ਸੀ। ਤੇ ਉਹ ਇੱਕ ਕੱਚਾ ਪਿਆ, ਕੱਚੇ ਪਏ ਦੇ ਉਧਰ ਤੇ ਉਧਰ ਗੰਨੇ ਦੇ ਖੇਤ ਸੀਗੇ, ਰਣਜੀਤ ਦਾ ਹੀ ਗੰਨਾ ਸੀ, ਤੇ ਗੰਨੇ ਵਿੱਚ ਦੋਸ਼ੀ ਲੁਕੇ ਹੋਏ ਸੀ। ਗੰਨੇ ਦੇ ਵਿੱਚ ਇਹ ਜਦੋਂ ਕਿਉਂਕਿ ਕੱਚੇ ਪਏ ਦੇ 'ਚ ਉਹ ਪਹਿਲੇ ਗੇਅਰ ਤੇ ਆ ਰਿਹਾ ਸੀ, ਸਲੋ ਮੋਟਰਸਾਈਕਲ ਸੀ, ਅੱਗੋਂ ਇੱਕਦਮ ਉਹਨਾਂ ਨੇ ਘੇਰਿਆ ਤੇ ਉਹਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮੋਟਰਸਾਈਕਲ ਤੇ ਇਕੱਲਾ ਹੀ ਸੀ ਉਹਦਾ, ਜੇ ਬੱਚਾ ਨਾਲ ਹੁੰਦਾ ਉਹਦਾ ਵੀ ਕਤਲ ਕਰ ਦਿੰਦੇ, ਇਕੱਲਾ ਹੀ ਸੀ ਉਹ। ਅੱਛਾ, ਹੁਣ ਜਦੋਂ ਬੱਚੇ ਦਾ ਕਤਲ ਹੋ ਜਾਂਦਾ, ਹੁਣ ਵਾਦੀ ਤੁਹਾਡੀ ਸੀ, ਉਸ ਤੋਂ ਬਾਅਦ ਤੁਹਾਡੇ ਤੇ ਵੀ ਸ਼ੱਕ ਹੈਗਾ ਸੀ, ਤੁਹਾਡੇ ਵਾਲੇ ਪਾਸੇ ਆਏ, ਤੁਹਾਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ, ਤੁਹਾਨੂੰ ਕਿਹਾ ਵੀ ਅਸੀਂ ਰਣਜੀਤ ਸਿੰਘ ਦਾ ਕਤਲ ਕਰਤਾ, ਹੁਣ ਵਾਦੀ ਤੁਹਾਡੀ ਹੈ। ਐਂ ਸਿੱਧਾ ਤਾਂ ਨਹੀਂ ਉਹਨੇ ਕਦੀ ਕਿਹਾ, ਪਰ ਮੈਂ ਆਪਣੀ, ਕਿਉਂਕਿ ਪਹਿਲਾਂ ਮੈਨੂੰ ਕਹਿ ਚੁੱਕੇ ਸੀਗੇ ਕਿ ਰਣਜੀਤ ਦਾ ਵੀ ਕਤਲ ਕਰਨਾ, ਤੇਰਾ ਵੀ ਕਰਨਾ, ਤੇ ਇਸ ਕਰਕੇ ਮੈਂ ਸਾਵਧਾਨ ਹੀ ਰਹਿੰਦਾ ਰਿਹਾ ਉਹਨਾਂ ਨੂੰ, ਕਿਉਂਕਿ ਇਹ ਬਲਾਈਂਡ ਮਰਡਰ ਦੇ ਆਰਡਰ ਸੀਗੇ, ਤੇ ਮੈਂ ਇਕੱਲਾ ਕਦੀ ਰਿਹਾ ਨਹੀਂ, ਜਿੱਧਰ ਵੀ ਜਾਂਦਾ ਮੇਰੇ ਨਾਲ 2-4 ਸਾਥੀ ਮੇਰੇ ਨਾਲ ਹੁੰਦੇ ਸੀ, ਇਸ ਕਰਕੇ ਆਪਣੀ ਸਾਵਧਾਨੀ ਨਾਲ ਬਚਦਾ ਰਿਹਾ। ਬਾਅਦ ਵਿੱਚ ਮੈਨੂੰ ਉਹਨਾਂ ਨੇ ਸਿੱਧੀ ਆਣ ਕੇ ਧਮਕੀ ਨਹੀਂ ਦਿੱਤੀ। ਤੁਸੀਂ ਗਏ FIR ਦਰਜ ਕਰਾਉਣ, ਸਾਰੀ ਗੱਲ ਇਹ ਘਟਨਾ ਪੁਲਿਸ ਨੂੰ ਦੱਸੀ? ਨਹੀਂ, ਮੈਂ ਕਿਉਂਕਿ ਖੁਦ ਮਤਲਬ ਇੱਕ ਤਰ੍ਹਾਂ ਨਾਲ ਡਰ ਗਿਆ ਸੀ, ਕਿਉਂਕਿ ਐਸਾ ਮੇਰੇ ਕੋਲ ਕੋਈ ਸਬੂਤ ਵੀ ਨਹੀਂ ਸੀ। ਮਤਲਬ ਪੁਲਿਸ ਵਾਲਿਆਂ ਨੇ ਸਬੂਤ ਮੰਗਣਾ ਸੀ, ਨਾਲ ਮੈਨੂੰ ਇਹ ਪਤਾ ਕਿ ਵੀ ਉਹਦੀ ਰਾਜਨੀਤਿਕ ਪਹੁੰਚ ਕਿੰਨੀ ਹੈ, ਤੇ ਸਾਡੇ ਦੇਸ਼ ਦੀ ਪੁਲਿਸ ਦਾ, ਖਾਸ ਕਰਕੇ ਹਰਿਆਣੇ ਦੀ ਪੁਲਿਸ ਦਾ ਪਤਾ ਹੀ ਹੈ ਕਿ ਵੀ ਉਹ ਕਿੰਨਾ ਕੁ ਇਮਾਨਦਾਰੀ ਨਾਲ ਕੰਮ ਕਰਦੀ ਹੈ। ਇਸ ਕਰਕੇ ਵਿਸ਼ਵਾਸ ਨਹੀਂ ਸੀ ਤੇ ਮੈਂ ਪੁਲਿਸ ਕੋਲ ਗਿਆ ਨਹੀਂ। ਜੇ ਪੁਲਿਸ ਕੋਲ ਤੁਸੀਂ ਗਏ ਨਹੀਂ, ਛਤਰਪਤੀ ਜੋ ਦੇ ਪੱਤਰਕਾਰ ਸੀ, ਉਹਨਾਂ ਕੋਲ ਚਿੱਠੀ ਕਿਵੇਂ ਪਹੁੰਚ ਜਾਂਦੀ, ਕਿ ਉਹ ਵੀ ਐਕਸੀਡੈਂਟ ਚਿੱਠੀ ਪਹੁੰਚਦੀ ਹੈ, ਅਚਾਨਕ ਪਹੁੰਚ ਜਾਂਦੀ ਚਿੱਠੀ ਉਹਨਾਂ ਕੋਲ? ਉਹ ਆਪਣੀ ਅਖਬਾਰ ਕੱਢਦੇ ਸੀ, ਪੂਰਾ ਸੱਚ ਅਖਬਾਰ ਕੱਢਦੇ ਸੀ, ਆਪਣੀ ਅਖਬਾਰ ਦੇ ਵਿੱਚ ਉਹਨਾਂ ਨੇ ਇਹ ਚਿੱਠੀ ਜਿਹੜੀ ਪੂਰੀ ਦੀ ਪੂਰੀ, ਉਹਨਾਂ ਕੋਲ ਵੀ ਕਿਸੇ ਜ਼ਰੀਏ ਹੋ ਸਕਦਾ ਬਾਈ ਪੋਸਟ ਉਹਨਾਂ ਕੋਲ ਪਹੁੰਚੀ ਹੋਵੇ, ਉਹਨਾਂ ਪੂਰੀ ਚਿੱਠੀ ਛਾਪੀ ਸੀਗੀ, ਤੇ ਇਸ ਕਰਕੇ ਇਹਨਾਂ ਨੂੰ ਅੱਗ ਲੱਗ ਗਈ ਕਿ ਇਹਨੇ ਅਖਬਾਰ 'ਚ ਛਾਪੀ ਹੈ, ਇਸ ਕਰਕੇ ਉੱਤੇ ਹੀ ਹਮਲਾ ਕੀਤਾ ਇਹਨਾਂ ਨੇ। ਤੁਸੀਂ ਹੁਣ ਤੱਕ ਕੋਈ FIR ਦਰਜ ਕਰਾਈ ਹੈ? ਨਾ, ਕਿਉਂਕਿ ਉਸ ਤੋਂ ਬਾਅਦ ਰਣਜੀਤ ਕਤਲ ਦੇ ਵਿੱਚ ਮੇਰੀ ਜਦੋਂ ਗਵਾਹੀ ਨਿਸ਼ਚਿਤ ਹੋ ਗਈ, ਫਿਰ ਮੈਨੂੰ ਆਪਣੇ ਆਪ ਤੇ ਜ਼ਰੂਰਤ ਨਹੀਂ ਪਈ ਕੋਈ FIR ਕਰਾਉਣ ਦੀ। ਪੁਲਿਸ ਨੂੰ ਕਿਵੇਂ ਲੱਗ ਗਿਆ ਵੀ ਤੁਸੀਂ ਗਵਾਹ ਹੈਗੇ, ਤੁਸੀਂ ਖੁਦ ਗਵਾਹੀ ਦਿੱਤੀ ਜਾ ਕੇ, ਤਾਂ ਤੁਸੀਂ ਸਾਰੇ ਸੱਚ ਦੱਸਤਾ ਸੀ? ਰਣਜੀਤ ਦੇ ਬਾਪ ਜੋਗਿੰਦਰ ਸਿੰਘ ਨੇ ਮੇਰੇ ਨਾਲ ਸੰਪਰਕ ਕਰਕੇ ਕਿਹਾ ਕਿ ਤੁਹਾਡੀ ਗਵਾਹੀ ਜਿਹੜੀ ਆ ਉਹ ਇਸ ਕੇਸ ਨੂੰ ਡੇਰੇ ਵੱਲ ਮੋੜਦੀ ਹੈ, ਵੈਸੇ ਇਹ ਕੇਸ ਰੁਲ ਜਾਏਗਾ। ਤੇ ਇਹ ਜੋਗਿੰਦਰ ਸਿੰਘ ਨੇ ਮੈਨੂੰ ਆਣ ਕੇ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਂ ਸਹਿਮਤੀ ਦਿੱਤੀ, ਉਸ ਤੋਂ ਬਾਅਦ ਮੇਰੀ ਗਵਾਹੀ ਉਸ ਕੇਸ ਦੇ ਵਿੱਚ ਉਹਨਾਂ ਨੇ ਲਗਵਾਈ। ਲਗਭਗ 19 ਸਾਲ ਹੋ ਚੁੱਕੇ ਨੇ ਇਸ ਕੇਸ ਨੂੰ, 19 ਸਾਲ 2002 ਤੋਂ ਲੈ ਕੇ ਹੁਣ ਤੱਕ 19 ਸਾਲ ਇਸ ਕੇਸ ਨੂੰ ਚੱਲਦੇ ਹੋ ਗਏ ਨੇ, ਰਣਜੀਤ ਸਿੰਘ ਦੇ ਕਤਲ ਨੂੰ। 1% ਵਾਸਤੇ ਵੀ ਲੱਗਿਆ ਵੀ ਤੁਹਾਨੂੰ ਵੀ ਮਾਰ ਦੇਣਗੇ, ਜਾਂ ਤੁਹਾਨੂੰ ਹੁਣ ਤੱਕ 19 ਸਾਲ ਤੱਕ ਧਮਕੀਆਂ ਆਉਂਦੀ ਰਹੀਆਂ ਨੇ ਵੀ ਤੁਸੀਂ ਪਿੱਛੇ ਹਟ ਜਾਓ, ਗਵਾਹੀ ਨਾ ਦਿਓ, ਜਾਂ ਗਵਾਹੀ ਦੇਣ ਤੋਂ ਬਾਅਦ ਹੀ ਤੁਹਾਨੂੰ ਧਮਕੀਆਂ ਆਉਂਦੀ ਰਹੀਆਂ ਨੇ? ਨਹੀਂ, ਮਤਲਬ ਐ ਸਿੱਧੀਆਂ ਧਮਕੀਆਂ ਨਹੀਂ, ਪਰ ਜਿੱਦਣ ਮੈਂ ਸੈਸ਼ਨ ਕੋਰਟ ਕੁਰਕਸ਼ੇਤਰ ਦੇ ਵਿੱਚ ਗਵਾਹੀ ਦੇ ਰਿਹਾ ਸੀ, ਉਸ ਦਿਨ ਗਵਾਹੀ ਤੋਂ ਪਹਿਲਾਂ ਯਾਨੀ ਸਾਨੂੰ ਆਵਾਜ਼ ਪੈਣ ਤੋਂ ਪਹਿਲਾਂ ਇਹ ਦੋਸ਼ੀ ਵੀ ਆਪਣਾ ਜਸਵੀਰ ਸਬਦਿਲ ਵਗੈਰਾ ਇਹ ਸਾਰੇ ਉੱਥੇ ਸੀਗੇ ਮੌਜੂਦ ਕੋਰਟ ਦੇ ਵਿੱਚ, ਪੁਲਿਸ ਵਾਲਿਆਂ ਇਹਨਾਂ ਦੇ ਨਾਲ ਸੀਗੇ, ਤੇ ਇਹਨਾਂ ਦੇ ਵਕੀਲ ਨਾਲ ਸੀਗੇ। ਇਹਨਾਂ ਦੇ ਨਾਲ, ਇਹਨਾਂ ਦੇ ਵਕੀਲਾਂ ਦੇ ਨਾਲ ਹੀ ਇੱਕ ਆਦਮੀ ਸੀ, ਇਹਨਾਂ ਦਾ ਹੀ ਪੈਰੋਕਾਰ, ਉਹ ਮੇਰੇ ਕੋਲ ਆਣ ਕੇ ਮੇਰੇ ਨਾਲ ਮਿੱਠੀਆਂ ਲੱਗਾ ਗੱਲਾਂ ਕਰਨ, ਮਿੱਠੀਆਂ ਗੱਲਾਂ ਕਰਕੇ, ਤੇ ਕਿਉਂਕਿ ਅਜੇ ਕਾਲ ਅੰਦਰੋਂ ਆਈ ਨਹੀਂ ਸੀ ਤੇ ਅਸੀਂ ਬਾਹਰ ਆਰਾਮ ਨਾਲ ਰਿਲੈਕਸ ਹੋ ਕੇ ਬੈਠੇ ਹਾਂ, ਮਿੱਠੀਆਂ ਗੱਲਾਂ ਕਰਕੇ ਮੈਨੂੰ ਸਮਝਾਉਂਦਾ ਰਿਹਾ ਵੀ ਕੀ ਫਾਇਦਾ ਇੰਨੀ ਵੱਡੀ ਹਸਤੀ ਦੇ ਖਿਲਾਫ ਗਵਾਹੀ ਦੇਣ ਦਾ। ਤੇ ਮੈਂ ਜਦੋਂ ਕਿਹਾ ਵੀ ਮੈਂ ਛੋਟੀ ਵੱਡੀ ਦਾ ਮਾਮਲਾ ਨਹੀਂ ਹੈ, ਮਾਮਲਾ ਤੇ ਮੇਰੀ ਜਦੋਂ ਕੋਰਟ ਵੱਲੋਂ ਸਮਨ ਆਇਆ, ਜੋਗਿੰਦਰ ਸਿੰਘ ਨੇ ਮੇਰੀ ਗਵਾਹੀ ਰਖਵਾਈ ਹੈ, ਤੇ ਮੇਰੇ ਨਾਲ ਜੋ ਬੀਤਿਆ ਮੈਂ ਤਾਂ ਉਹ ਕਹਿਣਾ ਹੈ, ਬਸ ਸੱਚ ਕਹਿਣਾ ਹੈ। ਤੇ ਉਹ ਕਹਿਣ ਲੱਗਾ ਵੀ ਐਂ ਕਰ, ਤੈਨੂੰ ਮੈਂ ਡੇਰੇ ਦਾ ਪੈਰੋਕਾਰ ਹਾਂ, ਤੇ ਤੁਹਾਨੂੰ ਕਹਿ ਕੇ ਮੈਂ ਬਲੈਂਕ ਚੈੱਕ ਦਵਾ ਦੇਣਾ, ਜਿੰਨਾ ਮਰਜ਼ੀ ਅਮਾਊਂਟ ਭਰ ਲਿਓ ਤੇ ਜ਼ਿੰਦਗੀ 'ਚ ਐਸ਼ ਕਰਿਓ, ਪਰ ਗਵਾਹੀ ਦੇਣ ਤੋਂ ਹਟ ਜਾਓ। ਕਿਹੜੇ ਸਾਲ ਦੀ ਗੱਲ ਹੈ ਇਹ? ਲਗਭਗ ਐਗਜ਼ੈਕਟ ਨਹੀਂ ਯਾਦ, ਇਹ 2007 ਦੇ ਆਸ-ਪਾਸ ਦੀ ਗੱਲ।
ਕਿੰਨੀ ਵਾਰੀ ਤੁਹਾਡੀ ਫਿਰ ਇਹ ਗ੍ਰਿਫਤਾਰ ਜਸਬੀਰ ਸਬਦਿਲ ਕ੍ਰਿਸ਼ਨ ਲਾਲ ਵਗੈਰਾ ਇਹ ਗ੍ਰਿਫਤਾਰ ਹੋ ਚੁੱਕੇ ਸੀਗੇ, ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤੇ ਸੀਗੇ। ਉਸ ਤੋਂ ਬਾਅਦ ਇਹ ਕੇਸ ਸੈਸ਼ਨ ਕੋਰਟ 'ਚ ਕੁਰੂਕਸ਼ੇਤਰ ਚੱਲ ਰਿਹਾ ਸੀ, ਉਦੋਂ ਦੀ ਗੱਲ ਹੈ, ਡੇਟ ਨਹੀਂ ਮੈਨੂੰ ਯਾਦ। ਕਿੰਨੀ ਤੁਹਾਡੀ ਗਵਾਹੀਆਂ ਹੋਈਆਂ, ਕਿੰਨੀ ਵਾਰ ਤੁਸੀਂ ਕੋਰਟ ਗਏ ਹੋ ਇਹ ਚੀਜ਼ਾਂ ਤੇ ਗਵਾਹੀ ਦੇਣ ਵਾਸਤੇ? ਇੱਕ ਵਾਰੀ ਤਾਂ ਸੈਸ਼ਨ ਕੋਰਟ ਕੁਰੂਕਸ਼ੇਤਰ ਦਿੱਤੀ ਗਵਾਹੀ, ਉਸ ਤੋਂ ਪਹਿਲਾਂ ਕ੍ਰਾਈਮ ਬ੍ਰਾਂਚ ਮਧੂਬਨ ਦਿੱਤੀ, ਉੱਥੇ ਵੀ 2-3 ਵਾਰੀ ਉਹਨਾਂ ਨੇ ਬੁਲਾਇਆ, ਹਰ ਵਾਰੀ ਮੈਂ ਜਾ ਕੇ ਗਵਾਹੀ ਦਿੰਦਾ ਰਿਹਾ। ਉਸ ਤੋਂ ਬਾਅਦ ਕੇਸ CBI ਕੋ ਚਲਾ ਗਿਆ, CBI ਫਿਰ ਹੈੱਡਕੁਆਟਰ ਚੰਡੀਗੜ੍ਹ, ਇੱਥੇ ਵੀ 3-4 ਵਾਰੀ ਉਹਨਾਂ ਨੇ ਮੈਨੂੰ ਬੁਲਾਇਆ ਅਤੇ ਮੈਂ ਇੱਥੇ ਆਣ ਕੇ ਗਵਾਹੀ ਦਿੱਤੀ। ਇੱਥੇ ਗਵਾਹੀ ਦੇਣ ਤੋਂ ਬਾਅਦ ਉਹ ਜਦੋਂ DSP ਸਾਹਿਬ ਨੇ ਸਪਸ਼ਟ ਕਿਹਾ ਕਿ ਅਸੀਂ ਮਗਰਮੱਛਾਂ ਨੂੰ ਤਾਂ ਹੀ ਫੜ ਸਕਦੇ ਹਾਂ ਜੇ ਤੁਸੀਂ ਦਲੇਰੀ ਦੇ ਨਾਲ ਗਵਾਹੀ ਦਿਓ। ਮੈਂ ਕਿਹਾ ਵੀ ਜੇ ਤੁਸੀਂ ਇੰਨੀ ਹਿੰਮਤ ਦਿੰਦੇ ਹੋ ਤੇ ਚਾਹੇ ਕੁਝ ਵੀ ਹੋ ਜਾਏ ਗਵਾਹੀ ਦੇਵਾਂਗੇ। ਉਹਨਾਂ ਨੂੰ ਜਦੋਂ ਪੂਰਾ ਯਕੀਨ ਹੋ ਗਿਆ ਕਿ ਵੀ ਇਹ ਥਿੜਕਣ ਵਾਲੇ ਨਹੀਂ ਹੈ, ਉਹਨਾਂ ਸਾਡੀ ਗਵਾਹੀ ਰੱਖੀ। ਫਿਰ ਅੰਬਾਲੇ CBI ਕੋਰਟ ਦੇ ਵਿੱਚ ਪਹਿਲਾਂ 164 ਪਤਾ ਨਹੀਂ 163 ਕਿਹੜੇ ਨਿਯਮ ਹੁੰਦਾ, ਉਹਦੇ ਤਹਿਤ ਜੱਜ ਦੇ ਸਾਹਮਣੇ ਮੇਰੇ ਬਿਆਨ ਹੋਏ, ਜਿਹਦੇ 'ਚ ਜੱਜ ਦੇ ਕਮਰੇ ਦੇ ਵਿੱਚ ਮੈਂ ਔਰ ਜੱਜ ਸਾਹਿਬ ਬੈਠੇ, ਮੈਂ ਬੋਲਦਾ ਰਿਹਾ, ਜੱਜ ਸਾਹਿਬ ਆਪਣੇ ਪੈਨ ਨਾਲ ਸਾਰੀ ਮੇਰੀ ਗਵਾਹੀ ਲਿਖਦੇ ਰਹੇ, ਉਹ ਬਿਆਨ ਵੀ ਹੋਏ। ਉਸ ਤੋਂ ਬਾਅਦ CBI ਕੋਰਟ ਜਦੋਂ ਕਿ ਅੰਬਾਲਾ SP ਦਫ਼ਤਰ ਲੱਗ ਰਹੀ ਸੀ, ਉਦੋਂ ਮੇਰੀ ਗਵਾਹੀ ਹੋਈ। ਹੁਣ ਜੋ ਸਜ਼ਾ ਲਿਖੀ ਗਿਆ, ਸਜ਼ਾ ਦਾ ਫੈਸਲਾ ਆ ਜਾਊਗਾ, ਅੱਜ ਹੀ ਫੈਸਲਾ ਆ ਜਾਣਾ, ਕੀ ਸਜ਼ਾ ਦੀ ਤੁਹਾਡੀ ਮੰਗ ਹੋਣੀ ਚਾਹੀਦੀ ਹੈ? ਕੀ ਸਜ਼ਾ ਦੇਵੇ ਹੁਣ ਕੋਰਟ? ਕੀ ਤੁਸੀਂ ਡਿਮਾਂਡ ਕਰਨੇ ਹੋ? ਕਿਉਂਕਿ ਕੋਰਟ ਦਾ ਫੈਸਲਾ ਤਾਂ ਕੋਰਟ ਨੇ ਕਰ ਦੇਣਾ, ਉਹ ਤਾਂ ਕੋਰਟ ਨੇ ਜੋ ਵੀ ਕਿਹਾ, ਉਹ ਜੋ ਲਿਖ ਦਿੱਤਾ ਉਹੀ ਮੰਨਣਾ ਪੈਣਾ। ਦੇਖੋ ਗੱਲ ਇਹ ਹੈ ਕਿ ਕੋਰਟ ਨੇ ਉਹਨਾਂ ਨੂੰ ਸਾਰਿਆਂ ਨੂੰ 302 ਦੇ ਤਹਿਤ ਦੋਸ਼ੀ ਤਾਂ ਠਹਿਰਾ ਦਿੱਤਾ ਹੈ ਅਤੇ ਉਹਦੇ ਤਹਿਤ ਉਮਰ ਕੈਦ ਵੀ ਹੋ ਸਕਦੀ ਹੈ ਔਰ ਕਿਸੇ ਜਿਹਨੂੰ ਕਹਿੰਦੇ ਜਘੰਨਿਆ ਗੁਨਾਹ ਵਿੱਚ ਫਾਂਸੀ ਵੀ ਹੋ ਸਕਦੀ ਹੈ। ਕਿੰਨੇ ਗਵਾਹ ਸੀ ਟੋਟਲ ਇਸ ਕੇਸ ਦੇ ਵਿੱਚ, ਰਣਜੀਤ ਸਿੰਘ ਦੀ ਕੇਸ ਵਿੱਚ? ਇੱਕ ਤੁਸੀਂ, ਬਾਕੀ ਕਿੰਨੇ ਗਵਾਹ ਸੀ? ਮੈਨੂੰ ਸਾਰਿਆਂ ਦਾ ਨਹੀਂ ਪਤਾ। ਮੈਂ ਸੀਗਾ ਤਰਕਸ਼ੀਲ ਸੁਸਾਇਟੀ ਤੋਂ, ਰਾਜਾ ਰਾਮ ਹੰਡਿਆਏ ਵੀ ਨਾਲ ਸੀ, ਅਤੇ ਬਾਅਦ 'ਚ ਪਤਾ ਲੱਗਾ ਖੱਟਾ ਸਿੰਘ ਵੀ ਸੀਗਾ, ਅਤੇ ਬਾਕੀ ਪਿੰਡ ਦੇ ਰਣਜੀਤ ਦੇ ਫਾਦਰ ਜੋਗਿੰਦਰ ਸਿੰਘ ਅਤੇ ਇੱਕ ਸੁਖਦੇਵ, ਉਹ ਪਿੰਡ ਸਾਡੇ ਦੇ ਸੀਗੇ। ਇਹ ਗਵਾਹ ਜਿਨ੍ਹਾਂ ਦਾ ਮੈਨੂੰ ਪਤਾ, ਬਾਕੀਆਂ ਦਾ ਨਹੀਂ ਪਤਾ। ਤੁਸੀਂ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਬਲਵੰਤ ਸਿੰਘ। 2002 ਦਾ ਕੇਸ, ਜਦੋਂ ਗੁਮਨਾਮ ਚਿੱਠੀ ਆਉਂਦੀ ਹੈ, ਉਸ ਤੋਂ ਬਾਅਦ ਲਗਾਤਾਰ ਹੀ ਡੇਰੇ ਦੇ ਖਿਲਾਫ ਉਹ ਚੀਜ਼ਾਂ ਚੱਲਦੀਆਂ ਨੇ ਜੋ ਚਿੱਠੀ ਵਿੱਚ ਲਿਖਿਆ ਜਾਂਦਾ ਹੈ, ਮੈਗਜ਼ੀਨ ਵਿੱਚ ਵੀ ਛਪਦੀਆਂ ਨੇ, ਅਖਬਾਰ ਵਿੱਚ ਵੀ ਛਪਦੀਆਂ ਨੇ। ਇੱਕ ਪੱਤਰਕਾਰ ਦੀ ਮੌਤ ਵੀ ਹੋ ਜਾਂਦੀ ਹੈ, ਉਸ ਤੋਂ ਬਾਅਦ ਰਣਜੀਤ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਜੋ ਡੇਰੇ ਵਿੱਚ ਸੇਵਾ ਕਰਦਾ ਸੀ, 10 ਮੈਂਬਰ ਕਮੇਟੀ ਵਿੱਚ ਮੈਂਬਰ ਹੈਗਾ ਸੀ, ਜਿਵੇਂ ਬਲਵੰਤ ਸਿੰਘ ਜੀ ਕਹਿੰਦੇ ਨੇ। ਤਾਂ ਲਗਭਗ 19 ਸਾਲ ਬਾਅਦ ਫੈਸਲਾ ਆਇਆ ਵੀ ਸਜ਼ਾ ਹੋਊਗੀ। ਹੁਣ ਇਹਦਾ ਕੋਰਟ ਨੂੰ ਪਤਾ ਵੀ ਕੀ ਸਜ਼ਾ ਦੇਣੀ ਹੈ, ਕੀ ਫੈਸਲਾ ਲੈਣਾ ਹੈ। ਪਰ ਅੱਜ ਦੀ ਗੱਲ ਕਰੀਏ, ਕਿਹਾ ਜਾਂਦਾ ਕਿ ਇਨਸਾਫ ਮਿਲ ਜਾਂਦਾ ਪਰ ਦੇਰੀ ਹੁੰਦੀ ਹੈ, ਪਰ ਫਿਰ ਵੀ ਬਹੁਤ ਲੰਮਾ ਸਮਾਂ ਲੱਗ ਗਿਆ ਇੱਥੋਂ ਤੱਕ ਪਹੁੰਚਣ ਲਈ।